ਅੱਜ ਮੇਰੀ ਦੁਕਾਨ ਤੇ ਇੱਕ ਡੰਗੀ ਪੰਪ ਠੀਕ ਹੋਣ ਵਾਸਤੇ ਹੈ ਜਿਹਦੇ ਵਿੱਚ ਮੁxtਲਿਫ ਕਿਸਮ ਦੇ ਮਸਾਇਲ ਨੇ। ਸਭ ਤੋਂ ਪਹਿਲਾ ਮਸਲਾ ਇਹ ਹੈ ਕਿ ਪਾਣੀ ਨਹੀਂ ਖਿੱਚਦਾ, ਰੁਕ ਕੇ ਪਾਣੀ ਆਂਦਾ। ਦੂਸਰਾ ਮਸਲਾ ਇਹ ਹੈ ਕਿ ਇਹਦੇ ਬਹੁਤ ਜ਼ਿਆਦਾ ਵਿੱਚ ਪਲੇ ਬਾਰ-ਬਾਰ ਬੈਲ ਤੋੜ ਦਿੰਦੀ ਹੈ ਤੇ ਦੂਸਰਾ ਇਹਦੇ ਵਿੱਚੋਂ ਆਇਲ ਨਹੀਂ ਟਿਕਦਾ, ਆਇਲ ਜਿਹੜਾ ਸਾਰਾ ਦੀਵਾਰ ਦੇ ਉੱਤੇ ਚਲਾ ਜਾਂਦਾ। ਤੇ ਤੀਸਰਾ ਮਸਲਾ ਇਹ ਹੈ ਕਿ ਆਇਲ ਤੇ ਪਾਣੀ ਮਿਕਸ ਹੋ ਜਾਂਦਾ, ਯਾਨੀ ਕਿ ਇਹਦੀ ਗਲੈਂਡੋਰੀ ਵਾਲੀ ਸੀਲ ਵੀ ਲੀਕ ਹੈ, ਜਿਹਦੀ ਵਜ੍ਹਾ ਤੋਂ ਸਾਰਾ ਪਾਣੀ ਜਿਹੜਾ ਇਹਦੇ ਥੱਲੇ ਆਇਲ ਵਾਲੀ ਜਗ੍ਹਾ ਤੇ ਆ ਜਾਂਦਾ ਹੈ। ਜੈਸਾ ਕਿ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਚੱਕੇ ਵਿੱਚ ਪਲੇ ਆ ਗਈ ਹੈ ਤੇ ਸਾਰੀਆਂ ਚੀਜ਼ਾਂ ਤੋਂ ਮੈਂ ਅੱਜ ਤੁਹਾਨੂੰ ਹੱਲ ਕਰਨ ਦਾ ਤਰੀਕਾ ਦੱਸਾਂਗਾ। ਬਹੁਤ ਹੀ ਆਸਾਨ ਹੈ, ਤੁਸੀਂ ਘਰ ਬੈਠੇ ਆਪੇ ਵੀ ਇਹਨੂੰ ਠੀਕ ਕਰ ਸਕਦੇ ਜੇ, ਤਾਂ ਹੀ ਮੈਂ ਤੁਹਾਡੇ ਵਾਸਤੇ ਵੀਡੀਓ ਬਣਾ ਰਿਹਾ। ਅਦਾ ਤੁਸੀਂ ਦੋ ਪਾਰਟ ਦੇ ਉੱਤੇ ਵੀਡੀਓ ਮੁਸ਼ਤਮਿਲ ਹੈ, ਦੋਵੇਂ ਪਾਰਟ ਵੇਖ ਲੈਣੇ ਤਾਂ ਕਿ ਤੁਹਾਨੂੰ ਮੁਕੰਮਲ ਤੌਰ ਤੇ ਪੰਪ ਰਿਪੇਅਰਿੰਗ ਦੀ ਵੀਡੀਓ ਜਿਹੜੀ ਹੈ ਤੁਹਾਨੂੰ ਮਿਲ ਜਾਏ ਤੇ ਤੁਹਾਡੀ ਜਿਹੜੀ ਰਹਿਨਮਾਈ ਹਾਸਲ ਹੋ ਸਕੇ, ਤੁਸੀਂ ਆਪੇ ਵੀ ਇਹਨੂੰ ਠੀਕ ਕਰ ਸਕੋ। ਪਹਿਲੇ ਦੋਸਤੋ ਇੱਥੇ ਟਿੱਕੀ ਦੇ ਉੱਤੇ 13 ਨੰਬਰ ਦਾ ਇੱਕ ਨਟ ਕਾਬਲਾ ਲੱਗਿਆ ਹੁੰਦਾ, ਜਿਹੜਾ ਮੈਂ ਰੈਡੀ ਖੋਲਿਆ, ਤੁਸੀਂ ਖੋਲ ਲੈਣਾ। ਜਿਵੇਂ ਹੀ ਅਸੀਂ ਇਹਨੂੰ ਖੋਲਾਂਗੇ ਤੇ ਇਹਦੇ ਥੱਲੇ ਅੱਗੇ ਬੋਕੀਆਂ ਲੱਗੀਆਂ ਹੁੰਦੀਆਂ। ਦੋਸਤੋ ਇੱਥੇ ਦੋ ਵਾਲ ਲੱਗੇ ਹੁੰਦੇ ਨੇ, ਜਿਹਨੂੰ ਅਸੀਂ ਹੱਥ ਦੇ ਨਾਲ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਦੇ ਵਾਲ ਠੀਕ ਹੈ ਜਾਂ ਨਹੀਂ। ਜਿਸ ਵੇਲੇ ਮੈਂ ਚੈੱਕ ਕਰਦਾ ਤਾਂ ਇੱਕ ਵਾਲ ਇਹਦਾ ਟੁੱਟਿਆ ਹੋਇਆ, ਇੱਕ ਠੀਕ ਨਜ਼ਰ ਆ ਰਿਹਾ। ਜੇ ਇੱਕ ਵਾਲ ਵੀ ਇਹਦਾ ਟੁੱਟਿਆ ਹੋਏਗਾ ਤੇ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਬਣੇਗਾ ਤੇ ਸਾਨੂੰ ਇਸ ਦਾ ਹੈਡ ਖੋਲਣਾ ਪਏਗਾ। ਇਹਦਾ ਹੈਡ ਖੋਲਣ ਵਾਸਤੇ ਇੱਥੇ 15 ਨੰਬਰ ਦੀ ਚਾਬੀ ਲੱਗੇਗੀ। 15 ਨੰਬਰ ਦੀ ਚਾਬੀ ਦੇ ਨਾਲ ਇਹ ਸਾਰੇ ਜਿਹੜੇ ਨਟ ਕਾਬਲੇ ਅਸੀਂ ਖੋਲ ਲੈਣੇ ਨੇ। ਇੱਥੇ ਤੁਸੀਂ ਹੁਣ ਇਹ ਨਾ ਸਮਝ ਲੈਣਾ ਕਿ ਇਹਦੇ ਵਿੱਚ ਦੋ ਵਾਲ ਹੁੰਦੇ ਨੇ, ਇਹਦੇ ਵਿੱਚ ਚਾਰ ਵਾਲ ਹੁੰਦੇ ਨੇ, ਦੋ ਸਾਈਡ ਦੀ ਪਹੁੰਚ ਦੇ ਵਿੱਚ ਹੁੰਦੇ ਨੇ। ਹੁਣ ਸਾਰੇ ਨਟ ਕਾਬਲੇ ਅਸੀਂ ਖੋਲ ਲੈਣੇ ਨੇ ਤੇ ਫਿਰ ਇਹਨੂੰ ਥੋੜਾ ਜਿਹਾ ਲਟਾ ਲੈਣਾ ਤੇ ਇੱਥੇ ਇਹਦਾ ਜੈਨ ਫਸਿਆ ਹੁੰਦਾ, ਇਹਨੂੰ ਕਿਸੇ ਵੀ ਚੀਜ਼ ਦੇ ਨਾਲ, ਪਤਲੀ ਚੀਜ਼ ਦੀ ਮਦਦ ਦੇ ਨਾਲ ਹਲਕੀ ਹਲਕੀ ਇੱਥੇ ਚੋਟ ਮਾਰਾਂਗੇ। ਜਿਵੇਂ ਦੋਸਤੋ ਇਹਨੂੰ ਚੋਟ ਮਾਰਾਂਗੇ ਤੇ ਇੱਥੇ ਸਾਰਾ ਜਿਹੜਾ ਜੈਨ ਹੈ ਉਹ ਜਿਹੜਾ ਸੈਪਰੇਟ ਹੋ ਜਾਏਗਾ ਤੇ ਉਤਲਾ ਹੈਡ ਨੂੰ ਸੈਪਰੇਟ ਕਰ ਲੈਣਾ। ਇਹਦੇ ਵਿੱਚ ਸੈਂਟਰ ਦੇ ਵਿੱਚ ਇੱਕ ਵਾਲ ਪਲੇਟ ਆ ਜਾਂਦੀ ਹੈ, ਉਹ ਵੀ ਅਸੀਂ ਸੈਪਰੇਟ ਕਰ ਲੈਣੀ ਹੈ। ਦੋਸਤੋ ਜਿਵੇਂ ਹੀ ਅਸੀਂ ਇਹਦਾ ਹੈਡ ਚੁੱਕਦੇ ਹਾਂ ਤੇ ਵੇਖ ਸਕਦੇ ਜੇ ਇਹਦੇ ਵਿੱਚ ਇਹ ਵਾਲ ਵੀ ਟੁੱਟਿਆ ਤੇ ਇਸੇ ਤਰੀਕੇ ਦੇ ਨਾਲ ਬਾਕੀ ਵੀ ਵਾਲ ਜਿਹੜੇ ਨੇ ਉਹਨਾਂ ਦੇ ਸਪਰਿੰਗ ਗਲੇ ਨੇ, ਇਹ ਸਾਰੇ ਅਸੀਂ ਵਾਲ ਵਗੈਰਾ ਹਰ ਚੀਜ਼ ਇਹਦੀ ਚੇਂਜ ਕਰਾਂਗੇ। ਇਸੇ ਤਰੀਕੇ ਦੇ ਨਾਲ ਦੋਸਤੋ ਅਸੀਂ ਇਹਦੀ ਵਾਲ ਪਲੇਟ ਵੀ ਆਜ਼ਾਦ ਕਰਾ ਲੈਣੀ ਹੈ ਤੇ ਬਾਕੀ ਇਹਨੂੰ ਸਿੱਧਾ ਕਰ ਲੈਣਾ ਤੇ ਇਹਦੇ ਉੱਤੇ ਜਿੰਨਾ ਵੀ ਪੁਰਾਣਾ ਜੈਨ ਇਹਨੂੰ ਅੱਛੇ ਤਰੀਕੇ ਦੇ ਨਾਲ ਸਾਫ਼ ਕਰ ਲੈਣਾ। ਇਹਦੀ ਅੱਛੇ ਤਰੀਕੇ ਦੇ ਨਾਲ ਅਸੀਂ ਸਫਾਈ ਕਰਨੀ। ਬਾਅਦ ਜਿੰਨਾ ਵੀ ਦੋਸਤੋ ਇਹਦੇ ਵਿੱਚ ਕਚਰਾ ਵਗੈਰਾ ਜਾਂ ਵਾਲ ਦੇ ਸਪਰਿੰਗ ਵਗੈਰਾ ਟੁੱਟ ਕੇ ਅੰਦਰ ਗਏ ਨੇ, ਉਹ ਵੀ ਅਸੀਂ ਜਿਹੜਾ ਕੱਢ ਲੈਣੇ। ਉਸ ਤੋਂ ਪਹਿਲੇ ਬੋਕੀਆਂ ਦਾ ਇੱਥੇ 15 ਨੰਬਰ ਦੀ ਚਾਬੀ ਲੱਗਦੀ ਹੈ, ਬੋਕੀਆਂ ਦੇ ਉਹਦੇ ਨੂੰ ਖੋਲ ਲੈਣਾ। ਬੋਕੀਆਂ ਖੋਲ ਕੇ ਦੋਸਤੋ ਇਹਦਾ ਪੂਰਾ ਬੋਕੀ ਰਾੜ ਬਾਹਰ ਕੱਢ ਲੈਣਾ ਤੇ ਇਹਦੀਆਂ ਬੋਕੀਆਂ ਵੀ ਚੈੱਕ ਕਰ ਲੈਣਾ ਤੇ ਵੇਖ ਸਕਦੇ ਜੇ ਬੋਕੀਆਂ ਵੀ ਇਹਦੀਆਂ ਖਤਮ ਹੋਈਆਂ ਤੇ ਬੋਕੀਆਂ ਵੀ ਅਸੀਂ ਚੇਂਜ ਕਰਾਂਗੇ। ਕੀ ਰਾੜ ਕੱਢਣ ਤੋਂ ਬਾਅਦ ਦੋਸਤੋ ਇੱਥੇ ਬੋਕੀ ਇੱਕ ਨਟ ਲੱਗਿਆ ਹੁੰਦਾ ਜਿਹੜਾ ਪਿੱਤਲ ਦਾ ਹੁੰਦਾ, ਇਹਨੂੰ ਬੋਕੀ ਨਟ ਕਹਿੰਦੇ ਨੇ। ਇਹਨੂੰ ਕਿਸੇ ਵੀ ਪਲਾਸ ਦੇ ਰੈਂਚ ਦੀ ਮਦਦ ਦੇ ਨਾਲ, ਗ੍ਰਿਪ ਪਲਾਸ ਦੀ ਮਦਦ ਦੇ ਨਾਲ ਅਸੀਂ ਖੋਲ ਲਾਂਗੇ। ਇਹਦੇ ਵਿੱਚੋਂ ਪੁਰਾਣੀ ਗਲੈਂਡੋਰੀ ਵੀ ਕਰ ਲੈਣੀ ਹੈ ਤੇ ਇਹਦੇ ਵਿੱਚ ਇੱਕ ਵਾਟਰ ਸੀਲ ਹੁੰਦੀ ਹੈ, ਉਹ ਵੀ ਅਸੀਂ ਕੱਢ ਲੈਣੀ ਹੈ। ਦੋਸਤੋ ਬਲੇਡ ਦੀ ਮਦਦ ਦੇ ਨਾਲ ਅੱਛੇ ਤਰੀਕੇ ਦੇ ਨਾਲ ਇਹਦਾ ਜਿੱਥੇ ਜੈਨ ਲੱਗਿਆ ਸੀ ਉਹ ਤੋਂ ਅੱਛੇ ਤਰੀਕੇ ਦੇ ਨਾਲ ਇਹਦੀ ਸਫਾਈ ਹੋਣੀ ਹੈ। ਸਫਾਈ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ, ਜਿੰਨਾ ਹੋ ਸਕੇ ਇਹਦੀ ਸਫਾਈ ਕਰਨੀ ਹੈ ਤੇ ਥੱਲੇ ਸਰਫੇਸ ਕਰਨੀ ਹੈ, ਪੁਰਾਣਾ ਜੈਨ ਇਹਦਾ ਸਾਰਾ ਖਤਮ ਕਰਨਾ ਹੈ। ਜਿੰਨੀ ਅੱਛੇ ਤਰੀਕੇ ਦੇ ਨਾਲ ਇੱਥੇ ਸਫਾਈ ਹੋਏਗੀ ਉਨੀ ਲੀਕੇਜ ਦੇ ਚਾਂਸਸ ਘੱਟ ਹੋਣਗੇ ਤੇ ਪ੍ਰੈਸ਼ਰ ਜਿਹੜਾ ਜਲਦੀ ਬਿਹਤਰੀਨ ਬਣ ਜਾਏਗਾ। ਤੇ ਦੋਸਤੋ ਹੁਣ ਉਸ ਤੋਂ ਬਾਅਦ ਜਿੰਨੇ ਵੀ ਪੁਰਾਣੇ ਦੇ ਵਿੱਚ ਵਾਲ ਲੱਗੇ ਨੇ ਉਹ ਸਾਰੇ ਅਸੀਂ ਕੱਢ ਲੈਣੇ ਨੇ ਤੇ ਇਹਨਾਂ ਨੂੰ ਜ਼ਾਇਆ ਕਰ ਦੇਣਾ। ਇਹਨਾਂ ਦੇ ਵਿੱਚ ਅਸੀਂ ਨਵੇਂ ਵਾਲ ਲਾਵਾਂਗੇ। ਵਾਲ ਪਲੇਟ ਦੇ ਵਿੱਚੋਂ ਸਾਰੇ ਵਾਲ ਕੱਢਣ ਤੋਂ ਬਾਅਦ ਵਾਲ ਪਲੇਟ ਦੀ ਵੀ ਅੱਛੇ ਤਰੀਕੇ ਦੇ ਨਾਲ ਸਫਾਈ ਕਰਨੀ ਹੈ ਤੇ ਬਾਕੀ ਇਹਦਾ ਹੈਡ ਵੀ ਅੱਛੇ ਤਰੀਕੇ ਦੇ ਨਾਲ ਸਾਫ਼ ਕਰਨਾ ਹੈ। ਇਸ ਤਰੀਕੇ ਦੇ ਨਾਲ ਤੁਸੀਂ ਵੇਖ ਰਹੇ ਜੇ ਅੱਛੀ ਤਰੀਕੇ ਦੇ ਨਾਲ ਜੈਨ ਵਗੈਰਾ ਛੁਡਾ ਕੇ ਇਹਨੂੰ ਜਿਹੜਾ ਸੈੱਟ ਕਰਨਾ। ਸੋ ਇਹਦੇ ਚੱਕੇ ਦੇ ਵਿੱਚ ਵੀ ਬਹੁਤ ਜ਼ਿਆਦਾ ਪਲੇਸ ਹੀ ਹੈ ਤਾਂ ਕਰੈਂਕ ਸੈਟ ਦਾ ਮਸਲਾ ਤੇ ਇੱਥੇ 13 ਨੰਬਰ ਦੀ ਇੱਕ ਚਾਬੀ ਲੱਗਦੀ ਹੈ, ਉਹਦੀ ਮਦਦ ਦੇ ਨਾਲ ਚੱਕੇ ਦੇ ਅੱਗੇ ਇੱਕ ਕਾਬਲਾ ਲੱਗਿਆ ਹੁੰਦਾ, ਉਹ ਕਾਬਲਾ ਅਸੀਂ ਖੋਲ ਲੈਣਾ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਥੋੜੀ ਜਿਹੀ ਚੋੜ ਦੇਣੀ ਹੈ ਤੇ ਇਹਦਾ ਪੂਰਾ ਚੱਕਾ ਬਾਹਰ ਨਿਕਲ ਕੇ ਆ ਜਾਏਗਾ। ਉਸ ਤੋਂ ਬਾਅਦ ਦੋਸਤੋ ਤੁਸੀਂ ਵੇਖ ਰਹੇ ਜੇ ਸਾਈਡਾਂ ਤੇ ਤੁਹਾਨੂੰ ਦੋ ਜਿਹੜਾ 13 ਨੰਬਰ ਦੀ ਇੱਥੇ ਚਾਬੀ ਦੇ ਕਾਬਲੇ ਨਜ਼ਰ ਆ ਰਹੇ ਹੋਣਗੇ, ਦੋਵੇਂ ਅਸੀਂ ਕਾਬਲੇ ਕੱਢ ਲੈਣੇ ਨੇ ਤੇ ਪੂਰਾ ਜਿਹੜਾ ਇਹਦਾ ਸਿਸਟਮ ਹੈ ਗੁੱਸਾ ਪੂਰਾ ਬਾਹਰ ਨਿਕਲ ਕੇ ਆ ਜਾਏਗਾ। ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਜਿਹੜੀ ਸ਼ਾਫਟ ਘੁੰਮਦੀ ਹੈ ਉਹ ਵੀ ਅਸੀਂ ਬਾਹਰ ਕੱਢ ਲੈਣੀ ਹੈ। ਦੋਸਤੋ ਸ਼ਾਫਟ ਬਾਹਰ ਕੱਢਣ ਤੋਂ ਪਹਿਲੇ ਇਹਦੀ ਸਾਈਡਾਂ ਤੇ ਦੋ ਟਿੱਕੀਆਂ ਲੱਗੀਆਂ ਹੁੰਦੀਆਂ ਨੇ, ਇਹ ਦੋਵੇਂ ਟਿੱਕੀਆਂ ਅਸੀਂ ਜਿਹੜਾ ਕਿਸੇ ਵੀ ਪਤਲੀ ਚੀਜ਼ ਦੀ ਮਦਦ ਦੇ ਨਾਲ ਛੁਡਵਾ ਲਾਂਗੇ ਤੇ ਇਹਨੂੰ ਬਾਹਰ ਕੱਢ ਲਾਂਗੇ ਤੇ ਇਸ ਤਰੀਕੇ ਦੇ ਨਾਲ ਫਿਰ ਇਹ ਹੋਏਗਾ ਕਿ ਸਾਡਾ ਆਸਾਨੀ ਦੇ ਨਾਲ ਅਸੀਂ ਅੰਦਰੋਂ ਇਹਦਾ ਪਿਸਟਨ ਵੀ ਕੱਢ ਲਾਂਗੇ ਤੇ ਆਸਾਨੀ ਨਾਲ ਸਾਡਾ ਅਸੀਂ ਜਿਹੜੀ ਸ਼ਾਫਟ ਵਗੈਰਾ ਵੀ ਨਿਕਲ ਜਾਏਗੀ। ਸ਼ਾਫਟ ਕੱਢਣ ਤੋਂ ਬਾਅਦ ਦੋਸਤੋ ਅਸੀਂ ਇਹਦਾ ਪਿਸਟਨ ਵੀ ਬਾਹਰ ਕੱਢ ਲੈਣਾ ਤੇ ਬਾਕੀ ਇਸ ਤਰੀਕੇ ਦੇ ਨਾਲ ਸਾਡਾ ਇਹ ਸਾਰਾ ਪੂਰਾ ਕਰੈਂਕ ਸੈਟ ਅਸੀਂ ਮਾਰਕੀਟ ਦੇ ਵਿੱਚੋਂ ਲੈ ਆਵਾਂਗੇ। ਕਰੈਂਕ ਸੈਟ ਆਜ਼ਾਦ ਕਰਨ ਤੋਂ ਬਾਅਦ ਇਹਦੇ ਥੱਲੇ ਇੱਕ 13 ਨੰਬਰ ਦਾ ਇੱਥੇ ਕਾਬਲਾ ਲੱਗਿਆ ਹੁੰਦਾ ਹੈ, ਕਾਬਲਾ ਵੀ ਅਸੀਂ ਚਾਬੀ ਦੀ ਮਦਦ ਨਾਲ ਖੋਲ ਲਾਂਗੇ। ਜਿਸ ਵੇਲੇ ਅਸੀਂ ਇਹ ਕਾਬਲਾ ਖੋਲਾਂਗੇ ਜਿੰਨਾ ਵੀ ਇੱਥੇ ਪੁਰਾਣਾ ਆਇਲ ਜਿਹੜਾ ਪਾਣੀ ਦੇ ਨਾਲ ਮਿਕਸ ਵੀ ਹੋਇਆ ਜਾਂ ਫਿਰ ਜਿੰਨਾ ਵੀ ਇੱਥੇ ਆਇਲ ਹੈ ਸਾਰਾ ਨਿਕਲ ਜਾਏਗਾ। ਉਸੇ ਚਾਬੀ ਦੀ ਮਦਦ ਨਾਲ ਅੱਛੇ ਤਰੀਕੇ ਦੇ ਨਾਲ ਅਸੀਂ ਇਹ ਕਾਬਲਾ ਖੋਲਾਂਗੇ। ਜਿਵੇਂ ਅਸੀਂ ਇਹ ਕਾਬਲਾ ਖੋਲਾਂਗੇ ਤੁਸੀਂ ਇੱਥੇ ਵੇਖਣਾ ਜਿਹੜਾ ਵੀ ਪੁਰਾਣਾ ਆਇਲ ਹੈ ਸਾਰਾ ਨਿਕਲ ਜਾਏਗਾ। ਕਿਸੇ ਵੀ ਚੀਜ਼ ਦੀ ਮਦਦ ਦੇ ਵਿੱਚ ਇਹਨੂੰ ਕੱਢ ਲਾਂਗੇ ਤੇ ਬਾਕੀ ਡੀਜ਼ਲ ਲੈ ਲਾਂਗੇ। ਦੋਸਤੋ ਅਸੀਂ ਜਿਹੜਾ ਕਾਬਲਾ ਖੋਲਿਆ ਸੀ ਉਹਨੂੰ ਦੁਬਾਰਾ ਇੱਥੇ ਟਾਈਟ ਕਰ ਦਾਂਗੇ ਤੇ ਡੀਜ਼ਲ ਇਹਦੇ ਵਿੱਚ ਪਾਵਾਂਗੇ ਤੇ ਅੱਛੇ ਤਰੀਕੇ ਦੇ ਨਾਲ ਇਹਦੀ ਅੰਦਰੂਨੀ ਸਫਾਈ ਕਰਾਂਗੇ। ਇਹਦੀ ਅੱਛੇ ਤਰੀਕੇ ਦੇ ਨਾਲ ਅੰਦਰੂਨੀ ਸਫਾਈ ਕਰਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਜਿੰਨੇ ਵੀ ਸਾਰੇ ਪੁਰਦੇ ਨਵੇਂ ਲਾ ਰਹੇ ਹਾਂ ਇਹਦੇ ਵਿੱਚ ਅਸੀਂ ਨਵਾਂ ਆਇਲ ਪਾਣਾ। ਡੀਜ਼ਲ ਦੇ ਨਾਲ ਬੁਰਸ਼ ਦੀ ਮਦਦ ਦੇ ਨਾਲ ਅੱਛੇ ਤਰੀਕੇ ਨਾਲ ਸਫਾਈ ਕਰਨੀ। ਸਫਾਈ ਕਰਕੇ ਦੋਸਤੋ ਡੀਜ਼ਲ ਵੀ ਕੱਢ ਲੈਣਾ, ਫਿਰ ਕੱਪੜੇ ਦੀ ਮਦਦ ਦੇ ਨਾਲ ਅੱਛੇ ਤਰੀਕੇ ਨਾਲ ਇਹਨੂੰ ਖੁਸ਼ਕ ਕਰਨਾ ਤੇ ਦੋਸਤੋ ਇੱਥੇ ਤੱਕ ਸਾਰੀ ਜਿਹੜੀ ਡਿਸਅਸੈਂਬਲੀ ਦਾ ਸਾਰਾ ਪ੍ਰੋਸੈਸ ਮੁਕੰਮਲ ਹੋ ਗਿਆ। ਹੁਣ ਦੋਸਤੋ ਅਸੀਂ ਇਹਨਾਂ ਦੀ ਚੀਜ਼ਾਂ ਜੋੜਾਂਗੇ ਤੇ ਉਹਦਾ ਮੁਕੰਮਲ ਤਰੀਕਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲ ਜਾਏਗਾ। ਤੁਸੀਂ ਆਈਡੀ ਵਿਜ਼ਿਟ ਕਰਕੇ ਅਗਲੀ ਵੀਡੀਓ ਦੇਖ ਸਕਦੇ ਜੇ। ਬਾਕੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੇ ਇਸ ਵੀਡੀਓ ਨੂੰ ਲਾਈਕ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਬਾਕੀ YouTube ਚੈਨਲ ਦਾ ਵਿਜ਼ਿਟ ਕਰ ਲਓ, ਲਿੰਕ ਤੁਹਾਨੂੰ ਆਈਡੀ ਦੇ ਵਿੱਚ ਮਿਲ ਜਾਏਗਾ। ਅੱਗੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕੋਈ ਅੱਧੀ ਵੀਡੀਓ ਦੇਖ ਲੈਣਾ। ਬਾਕੀ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆ ਚ ਯਾਦ ਰੱਖਣਾ ਤੇ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਆ ਜੇ। ਅੱਲਾਹ ਹਾਫਿਜ਼, ਜਜ਼ਾਕੱਲਾ।